परम सत्कारयोग सतगुरां दी साजी निवाजी गुरु रूप प्यारी गुरु सवारी साध संगत जी, अकाल पुरख दे चरणां कमलां विखे पहुँच करके नितनेम कर्म अनुसार अपने जीवन के कुछ अहम पल सुहावने बनाने के यतन करते हैं। बख्शिंद परमात्मा ने बख्शिश की हुई है, उन्हां दी बख्शिश सदका गुरु दरबार दीयां हाजरियां भर के जीवन नूं उच्चा ते सुच्चा बना रहे हैं। जद भी किसी मनुख का श्रेष्ठ जीवन बनना हुंदा है, उदों मनुख नूं सतसंगत दीयां घड़ियां प्राप्त हो जांदियां हन। बड़े चाव दे नाल खेड़े दे नाल ये परमात्मा की भगती करदा है, सतसंगत करदा है, परमात्मा का सिमरन करदा है। इस दे जीवन दे विच एक वखरा जज्बा पैदा हो जाता है। नाम सिमरन करन दा, सेवा करन दा अते गुरु दे उपरों दी सब कुछ अपना कुर्बान करन दा। जिथे ते मनुख अपने घर दी परिवार दी पकड़ दे विच रहिंदा है, वो गल वखरी है। ते जदों परमात्मा की बख्शिश हो जाती है, उदों फिर अपनी कुर्बानी देन लग्या बिल्कुल भी रत्ती पर भी पिछे नहीं हटदा। हरमंदर साहिब दे विच एक लांगरी सिंह सीगा, जिस दियां महज दो छोटियां छोटियां बेटियां सन। जिथे अकाल तख्त साहिब ते इन्हां दिनां दे विच ਸਿੰਘਾਂ ने शहादत प्राप्त की है, उत्थे सब तो छोटी उम्र का 12 दिनां दे बच्चे ने भी अपनी शहादत दी है। ये सिंह दियां 2 बेटियां सन, ते जदों फौज ने अंदर टैंक वाड़े ने, ते ओ फौज ने ज्यों ही अंदर टैंक वाड़े ते इन्हां ने अपनी बच्ची नूं उस दे नाल बरूद बन के ते टैंक ते सिट दिता सी। दूसरा टैंक आया ते इन्हें अपनी निदान जी छोटी जी बच्ची दे नाल बंब बन के बरूद बन के ते दूसरे टैंक ते भी अपनी दूसरी बच्ची नूं सुट दिता सी। मनुखी बंब बना के इन्हें अपनियां दोने बेटियां अपने हत्थी शहीद करवाइयां सन। और उस तो बाद फिर अपनी पत्नी
ਤੇ ਫਿਰ ਆਪ ਇਹ ਸਿੰਘ ਸ਼ਹੀਦ ਹੋਇਆ ਸੀ। ਕਿਉਂਕਿ ਇਹ ਜਜ਼ਬਾ ਕੁਰਬਾਨੀ ਦੇਣ ਦਾ ਉਦੋਂ ਹੀ ਮਨੁੱਖ ਦੇ ਅੰਦਰ ਪੈਦਾ ਹੁੰਦਾ ਹੈ ਜਦੋਂ ਅਕਾਲ ਪੁਰਖ ਮਹਾਰਾਜਿਆਂ ਦੀ ਇਸ 'ਤੇ ਮਹਾਨ ਬਖਸ਼ਿਸ਼ ਹੋਵੇ। ਉਦੋਂ ਤਿੰਨ ਗੱਲਾਂ 'ਤੇ ਜੀਵਨ ਮਨੁੱਖਤਾ ਦਾ ਚਲਿਆ ਜਾਂਦਾ ਹੈ। ਜਾਂ ਤਾਂ ਬਹੁਤ ਵੱਡਾ ਭਗਤੀ ਕਰਦਾ ਹੈ, ਜਾਂ ਫਿਰ ਇਹ ਦਾਨ ਕਰਦਾ ਹੈ। ਇਹ ਦਾਨ ਫਿਰ ਇਹੋ ਜਿਹਾ ਦਾਨ ਕਰਦਾ ਹੈ, ਰੌਲਾ ਪਾ ਕੇ ਬਹੁਤਾ ਦਾਨ ਨਹੀਂ ਕਰਦਾ ਕਿ ਮੈਂ ਦੁਨੀਆ ਨੂੰ ਦੱਸਾਂ ਮੈਂ ਕਿੱਡਾ ਕੁ ਵੱਡਾ ਦਾਨੀ ਹਾਂ। ਬਿਲਕੁਲ ਚੁੱਪਚਾਪ ਇਹ ਦਾਨ ਕਰਦਾ ਹੈ ਤੇ ਬਹੁਤ ਵੱਡਾ ਦਾਨ ਇਹ ਕਰ ਦਿੰਦਾ ਹੈ। ਤੇ ਜਾਂ ਫਿਰ ਇਸ ਦੇ ਅੰਦਰ ਕੁਰਬਾਨੀ ਦੇਣ ਦਾ ਜਜ਼ਬਾ ਪੈਦਾ ਹੁੰਦਾ ਹੈ। ਭਗਤ ਸ੍ਰੇਸ਼ਟ ਭਗਤੀ ਦੇ ਵੱਲ ਜਾਂ ਤੇ ਚਲਿਆ ਜਾਂਦਾ ਹੈ, ਜਾਂ ਦਾਨ ਵੱਲ ਚਲਿਆ ਜਾਂਦਾ ਹੈ, ਤੇ ਜਾਂ ਇਹਦਾ ਅੰਦਰ ਕੁਰਬਾਨੀ ਦੇਣ ਦਾ ਜਜ਼ਬਾ ਪੈਦਾ ਹੁੰਦਾ ਹੈ। ਜਦੋਂ ਮਹਾਨ ਬਖਸ਼ਿਸ਼ ਸਤਿਗੁਰਾਂ ਦੀ ਹੁੰਦੀ ਹੈ ਉਦੋਂ ਇਹਨਾਂ ਤਿੰਨ ਗੱਲਾਂ 'ਤੇ ਜਾ ਕੇ ਮਨੁੱਖ ਦਾ ਜੀਵਨ ਖੜ੍ਹ ਜਾਂਦਾ ਹੈ। ਤੇ ਜਿਹਦਾ ਇਹਨਾਂ ਤਿੰਨ ਗੱਲਾਂ 'ਤੇ ਜਾ ਕੇ ਜੀਵਨ ਚਲਿਆ ਗਿਆ ਇਸ ਰਸਤੇ 'ਤੇ, ਉਹ ਫਿਰ ਇਸ ਰਸਤੇ ਨੂੰ ਬਦਲਦਾ ਨਹੀਂ ਹੈ। ਫਿਰ ਇਸ ਰਸਤੇ ਨੂੰ ਉਹ ਬਦਲਦਾ ਨਹੀਂ ਹੈ। ਭਾਵੇਂ ਪਰਿਵਾਰ ਵੱਖ ਹੋ ਜਾਵੇ, ਨਗਰ ਖੇੜੇ ਦੇ ਲੋਕ ਸਾਥ ਛੱਡ ਦੇਣ, ਭਾਵੇਂ ਸਾਰੀ ਦੁਨੀਆ ਇੱਕ ਪਾਸੇ ਚਲੀ ਜਾਵੇ, ਪਰ ਜਿਹੜਾ ਇਹ ਤਿੰਨ ਮਾਰਗਾਂ 'ਤੇ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਚੱਲ ਪਿਆ ਉਹ ਇਸ ਰਸਤੇ ਨੂੰ ਛੱਡ ਨਹੀਂ ਸਕਦਾ। ਇਤਿਹਾਸ ਦੇ ਵਿੱਚ ਸਿੱਖ ਜਗਤ ਦਾ ਲੰਬਾ ਚੌੜਾ ਇਤਿਹਾਸ ਭਰਿਆ ਪਿਆ ਇਹਨਾਂ ਵਸਤੂਆਂ ਦੇ ਨਾਲ, ਭਗਤੀ ਦੇ ਨਾਲ, ਦਾਨ ਦੇ ਨਾਲ ਅਤੇ ਕੁਰਬਾਨੀਆਂ ਦੇ ਨਾਲ। ਇਸ ਰਸਤੇ 'ਤੇ ਮਨੁੱਖ ਦੀ ਫਿਰ ਇਹ ਮਨੁੱਖ ਇੱਥੋਂ ਵਾਪਸ ਨਹੀਂ ਮੁੜਦਾ, ਉਹ ਇੱਕ ਵੱਖਰੀ ਦੁਨੀਆ ਦੇ ਅੰਦਰ ਪ੍ਰਵੇਸ਼ ਕਰ ਜਾਂਦਾ ਹੈ। ਤੇ ਇਹ ਵੱਖਰੀ ਦੁਨੀਆ ਸੀ, ਜਜ਼ਬਾ ਸੀ ਅੰਦਰ ਕੁਰਬਾਨੀ ਦੇਣ ਦਾ ਜਰਨਲ ਸੁਬੇਗ ਸਿੰਘ ਦੇ। ਅੱਜ ਦੀ ਜਿਹੜੀ ਰਾਤ ਹੈ 5 ਤਰੀਕ ਦੀ ਰਾਤ ਸੀ, ਜਿਹੜੀ ਰਾਤ ਦੇ ਵਿੱਚ ਤਕਰੀਬਨ ਅਸੀਂ ਹੁਣ ਬੈਠੇ ਹਾਂ ਅੰਮ੍ਰਿਤ ਵੇਲੇ। ਪੰਜ ਤਰੀਕ ਦੇ ਦਿਨ ਵਾਲੇ ਦਿਨ ਫੌਜਾਂ ਨੇ ਬੜਾ ਕੁਛ ਕੀਤਾ, ਪਰ ਅਕਸਰ ਫੌਜ ਦਾ ਇੱਕ ਬਹੁਤ ਵੱਡਾ ਭਾਰੀ ਨੁਕਸਾਨ ਹੁੰਦਾ ਰਿਹਾ। ਤੇ 5 ਤਰੀਕ ਵਾਲੇ ਦਿਨ ਸ਼ਾਮ ਨੂੰ ਇੱਕ ਮੀਟਿੰਗ, ਅਹਿਮ ਮੀਟਿੰਗ ਬੁਲਾਈ ਗਈ ਸੀ ਫੌਜ ਦੇ ਮੁਖੀਆਂ ਦੀ, ਜਿਸ ਦੇ ਵਿੱਚ ਕੁਲਦੀਪ ਬਰਾੜ ਸੀ। ਇਹਨੇ ਸੋਚਿਆ ਕਿ ਹੁਣ ਫੌਜ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਹੈ, ਤੇ ਇਹ ਕਦੇ ਸੋਚਿਆ ਨਹੀਂ ਸੀਗਾ। ਇਹਨਾਂ ਦੇ ਕੁਲਦੀਪ ਬਰਾੜ ਨੇ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਸੀ ਕਿ ਇਹ ਕਦੇ ਸੋਚਿਆ ਵੀ ਨਹੀਂ ਸੀ ਕਿ ਜਿਹੜੀਆਂ ਸਾਡੀਆਂ ਐਡੀਆਂ ਵੱਡੀਆਂ ਕੰਪਨੀਆਂ ਜਾਂ ਐਡੀ ਵੱਡੀ ਫੌਜ ਦੇ ਨਾਲ ਐਡੇ ਵੱਡੇ ਆਫੀਸਰ ਨੇ, ਇਹਨਾਂ ਸਭ ਦੇ ਦਿਮਾਗ ਇਹਨਾਂ ਦੇ ਅੱਗੇ ਫੇਲ ਪੈ ਜਾਣਗੇ। ਬੜੀ ਹੈਰਾਨਗੀ ਦੀ ਗੱਲ ਸੀ ਕਿ ਇਹ ਸੀਗਾ ਵੀ 5-4 ਘੰਟਿਆਂ ਦੇ ਵਿੱਚ ਹੀ ਜਿਹੜਾ ਉਹ ਕਬਜ਼ਾ ਫੌਜ ਕਰ ਲਵੇਗੀ, ਪਰ 5-4 ਘੰਟਿਆਂ ਦੇ ਵਿੱਚੋਂ ਇਹਨਾਂ ਤੋਂ ਕਬਜ਼ਾ ਨਹੀਂ ਹੋਇਆ ਸੀ। ਅਹਿਮ ਮੀਟਿੰਗ ਬੁਲਾਈ ਗਈ ਤੇ ਉਹ ਮੀਟਿੰਗ ਦੇ ਵਿੱਚ ਕੁਲਦੀਪ ਬਰਾੜ ਨੇ ਫਿਰ ਭਾਰਤ ਇੱਕ ਵਾਰੀ ਇਹਦਾ ਦਿਲ ਬਿਲਕੁਲ ਟੁੱਟ ਚੁੱਕਿਆ ਸੀ ਕਿ ਹੁਣ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਅੰਦਰੋਂ ਨਹੀਂ ਕੱਢ ਸਕਦੇ। ਫਿਰ ਦਿੱਲੀ ਹਕੂਮਤ ਵੱਲੋਂ ਫਿਰ ਇਹਨੂੰ ਕੁਲਦੀਪ ਬਰਾੜ ਨੂੰ ਬਹੁਤ ਕੁਝ ਮਿਲਿਆ, ਜਿਹਦੇ ਵਿੱਚ ਬੜੇ ਹਥਿਆਰ ਮਿਲੇ, ਫੌਜ ਮਿਲੀ ਅਤੇ ਜਹਾਜ਼ ਦਿੱਤੇ ਗਏ।
क्योंकि कोई भी कदम सरकार चुक के संत जरनैल सिंह जी भिंडरांवाले महापुरखों को पकड़ना चाहती सी। सरकार नूं टक्कर देण वाले इक्को ही महापुरख होए ने ते सरकार चाहुंदी सी किते बराबर दी धिर खड़ी ना रह जावे, क्योंकि सत अते सता दी लंबे समय तो लंबे अरसे तो लैके कदे बनी नहीं है। अते जनरल सुबेग सिंह सी जदों ये मोर्चाबंदी दे विचों एक मोर्चे तो दूसरे मोर्चे वाल संतां वाल जान लग्या ते रस्ते दे विच जांदे जनरल सुबेग सिंह दे गोली लगी सी, क्योंकि निरंतर लगातार गोलियां चल रहीआं सन। इन्नियां गोलियां चलियां सन कि जिहड़ी परिक्रमा ते संगत इतना कुछ बैठ के सिमरन बंदगी करदी सी, उत्थे लाशां दे ढेर ही ढेर लगे पए सन। ते जिन्ने नेड़े तेड़े दे उहदे चौगिरद बनाए हुए सन मोर्चे ਸਿੰਘਾਂ ने, वो सारे दे सारे फौज ने तबाह करते सन। फिर इनू कुलदीप बराड़ नूं रात दे समय इन्हें मीटिंग दे विच फैसला लिता सी कि हैलीकाप्टर राही जहाज राही फौजां जिहड़ियां ने वो बिल्डिंगां दे उपर उतार दित्तियां जाण। सिद्धियां ही ते दिल्ली तो एक जहरीली गैस भी उन्हां समयां दे विच कुलदीप बराड़ नूं दित्ती गई सी, जिहड़ी जहरीली गैस अज तक किसी भी जंग युद्ध दे विच उहदी वरतों नहीं कीती गई सी। उहदी वरतों नहीं कीती गई सी। वो जहरीली गैस कुलदीप बराड़ नूं दित्ती गई ਅਤੇ ਇਹਨੇ ਰਾਤ ਨੂੰ ਤਕਰੀਬਨ 10 ਸਾਢੇ 10 ਵਜੇ ਦੇ ਟਾਈਮ ਦੇ ਵਿੱਚ ਹੈਲੀਕਾਪਟਰ ਜਹਾਜ਼ ਰਾਹੀਂ ਫੌਜਾਂ ਸੀ ਜਿਹੜੀਆਂ ਉਹ ਬਿਲਡਿੰਗਾਂ 'ਤੇ ਉਤਾਰਨੀਆਂ ਸ਼ੁਰੂ ਕਰ ਦਿੱਤੀਆਂ। ਅਤੇ ਜਿਉਂ ਹੀ ਸਿੰਘਾਂ ਨੂੰ, ਕਿਉਂਕਿ ਇਹਨਾਂ ਦੇ ਧਰਤੀ ਵਾਲੇ ਮੋਰਚੇ ਰਹਿ ਗਏ ਸਨ, ਬਾਕੀ ਦੇ ਸਾਰੇ ਮੋਰਚੇ ਸੀ ਜਿਹੜੇ ਉਹ ਫੌਜ ਨੇ ਤਬਾਹ ਕਰਤੇ ਸਨ ਅਤੇ ਇੱਕ ਬਿਲਡਿੰਗ ਰਹਿ ਗਈ ਸੀ। ਜਿਉਂ ਹੀ ਫੌਜ ਸੀ ਜਿਹੜੀ ਹੈਲੀਕਾਪਟਰ ਰਾਹੀਂ ਥੱਲੇ ਉਤਰਨ ਲੱਗੀ, ਇਹਨਾਂ ਸਿੰਘਾਂ ਨੂੰ ਵੀ ਪਤਾ ਲੱਗ ਗਿਆ ਤੇ ਇਹਨਾਂ ਸਿੰਘਾਂ ਨੇ ਫਿਰ ਉਹ ਜਿਵੇਂ ਜਿਵੇਂ ਫੌਜ ਉਤਰਦੀ ਆਈ ਤੇ ਉਹਨਾਂ ਨੂੰ ਉਤਰਨ ਤੋਂ ਪਹਿਲਾਂ ਹੀ ਸਾਰੀ ਫੌਜ ਨੂੰ ਖਤਮ ਕਰਦੇ ਰਹੇ ਤੇ ਜਿੰਨੇ ਉਹ ਫੌਜ ਦੇ ਹਥਿਆਰ ਸੀ ਉਹ ਆਪਣੇ ਕਬਜ਼ੇ 'ਚ ਲੈਂਦੇ ਰਹੇ। ਜਿਹੜੇ ਸਾਰੇ ਦੇ ਸਾਰੇ ਜਿਉਂ-ਜਿਉਂ ਫੌਜ ਤੇ ਇੱਕ ਦੋ ਹੈਲੀਕਾਪਟਰ ਜਦੋਂ ਤਾਰੇ ਕੁਲਦੀਪ ਬਰਾੜ ਨੇ ਫਿਰ ਸੋਚ ਲਿਆ ਕਿ ਹੁਣ ਇਸ ਤੋਂ ਬਾਅਦ ਇਹ ਚਾਰਾ ਵੀ ਸਾਡੀ ਜਿਹੜੀ ਸਕੀਮ ਸੀ ਉਹ ਫੇਲ ਹੋ ਗਈ, क्योंकि उन्होंने तो फौज उतरदी नूं खत्म करना शुरू कर दिता सी। उतरदी फौज ने खत्म करना शुरू कर दिता सी। सरकार दियां फौज दियां सारियां स्कीमां इत्थे आके फेल हो गई। लास्ट इक्को ही काम रह गया सी कि हुण हरमंदर साहिब दियां परिक्रमा दे विच सीधे दे सीधे टैंक वाड़ दिते जाण, होर कोई चारा नहीं सी रहा। जनरल सुबेग सिंह दे गोली लगी है। जनरल सुबेग सिंह ने एक मोर्चे तो जांदियां दूसरे मोर्चे दे विच ते इधरों जद गोली लगी डिग्गिया ते ਸਿੰਘਾਂ ने उन्होंने चुक के संत जरनैल सिंह जी भिंडरांवाले महापुरखों के कोल ले गए। नाल लिजा के संतां ने संत जरनैल सिंह जी भिंडरांवाले महापुरखों नूं कहण लगे जी, कहते अज शुक्र है परमात्मा का, जाना तो सब ने है संसार दे विचों, पर जनरल सुबेग सिंह दे आखिरी बोल सन कि संत जी अज छेवें पातशाह हरगोबिंद साहब महाराज की निੱਘੀ गोद विच बैठ के शरीर छड्डण का मौका मिले मैनूं। संत जरनैल सिंह भिंडरांवाले किसी धर्म के विरुद्ध नहीं सी। संत जरनैल सिंह भिंडरांवाले किसी सरकार के विरोधी नहीं सी, किसी जात के किसी मजहब के विरोधी नहीं सी। बस कारण एको ही सी कि वो अपना हक मंगते सी, सरकारां तो हक मंगते सी
ਤੇ ਜੋ ਕੁਝ ਸਰਕਾਰਾਂ ਨਹੀਂ ਕਰ ਸਕਦੀਆਂ ਉਹ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਮਹਾਂਪੁਰਖ ਕਰਦੇ ਸਨ। ਰੱਬ ਕਿਰਪਾ ਕਰੇ ਅਜੋਕੇ ਸਮੇਂ ਦੇ ਵਿੱਚ ਜੇ ਕਦੇ ਅੱਜ ਸੰਤ ਜੀ ਸਰੀਰ ਕਰਕੇ ਸਾਡੇ ਵਿੱਚ ਹੁੰਦੇ ਤੇ ਦੁਨੀਆ ਦੇ ਜਿੰਨੇ ਧਰਮਾਂ ਦੇ ਨਾਂ ਤੇ ਠੱਗੀਆਂ ਚੱਲਦੀਆਂ ਨੇ, ਚੋਰੀਆਂ ਚੱਲਦੀਆਂ ਨੇ, ਲੜਾਈਆਂ ਚੱਲਦੀਆਂ ਨੇ, ਇਹ ਕਿਸੇ ਵੀ ਧਰਮ ਦੇ ਵਿੱਚ ਅੱਜ ਚੱਲਣੀ ਨਹੀਂ ਸੀ, ਅੱਜ ਨਹੀਂ ਚੱਲਣੀ ਸੀ। ਅੱਜ ਛੋਟੀ ਮੋਟੀ ਕੋਈ ਲੜਾਈ ਹੋ ਜੇ, ਸਿੱਖ ਦੇ ਬੰਦਾ ਪੱਗ ਲਾ ਕੇ ਥੱਲੇ ਸਿੱਟ ਦਿੰਦੇ ਨੇ, ਕੇਸਾਂ ਤੋਂ ਪਕੜ ਕੇ ਘੜੀਸਦੇ ਨੇ, ਕੇਸਾਂ ਤੋਂ ਪਕੜ ਕੇ। ਇਹ ਕਦੀ ਵੀ ਇਸ ਧਰਤੀ ਤੇ ਹੋਣਾ ਨਹੀਂ ਸੀ, ਇਹ ਕਦੀ ਨਹੀਂ ਹੋਣਾ ਸੀ। ਤੇ ਕਦੀ ਵੀ ਜਿਹੜਾ ਸਰਕਾਰਾਂ ਵੱਡੇ ਵੱਡੇ ਕਾਨੂੰਨ ਤਿਆਰ ਕਰਦੀਆਂ ਨੇ, ਇਹ ਸਰਕਾਰਾਂ ਨੂੰ ਕਾਨੂੰਨ ਤਿਆਰ ਕਰਨ ਦੀ ਲੋੜ ਨਹੀਂ ਪੈਣੀ ਸੀ, ਕਿਉਂਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਮਹਾਂਪੁਰਖਾਂ ਦੇ ਆਪਣੇ ਆਪ ਦੇ ਕਾਨੂੰਨ ਬਣਾਏ ਹੋਏ ਸੀ। ਕਿਸੇ ਲੜਕੀ ਦੇ ਨਾਲ ਧੱਕਾ ਨਹੀਂ ਹੋਣ ਦਿੰਦੇ ਸਨ, ਕਿਸੇ ਗਰੀਬ ਦੇ ਨਾਲ ਧੱਕਾ ਨਹੀਂ ਹੋਣ ਦਿੰਦੇ ਸਨ, ਸ਼ਰਨਾ ਇਹਨੂੰ ਰੱਖਦੇ ਸਨ ਤੇ ਆਪਣਾ ਹੱਕ ਮੰਗਦੇ ਸੀ। ਜਿਉਂ ਹੀ ਜਰਨਲ ਸਵੇਗ ਸਿੰਘ ਨੇ, ਸੰਤ ਜੀ ਜਪਜੀ ਸਾਹਿਬ ਦਾ ਪਾਠ ਕਰਦੇ ਨੇ, ਭਾਵੇਂ ਗੋਲੀ ਬਰੂਦ ਬੜਾ ਕੁਝ ਚੱਲ ਰਿਹਾ ਹੈ, ਪਰ ਫਿਰ ਵੀ ਜਪਜੀ ਸਾਹਿਬ ਦਾ ਪਾਠ ਕਰਦੇ ਨੇ। ਤੇ ਜਰਨਲ ਸਵੇਗ ਸਿੰਘ ਜੀ ਕਹਿਣ ਲੱਗੇ, ਅੱਜ ਆਨੰਦ ਆ ਗਿਆ, ਜਾਣਾ ਤੇ ਸਭ ਨੇ ਆ, ਪਰ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੀ ਪਵਿੱਤਰ ਨਿੱਘੀ ਗੋਦ ਦੇ ਵਿੱਚ ਬੈਠ ਕੇ ਜਾਣ ਦਾ ਆਨੰਦ ਹੀ ਵੱਖਰਾ। ਤੇ ਜਰਨਲ ਸਵੇਗ ਸਿੰਘ ਜੀਆਂ ਨੇ ਸੰਤ ਜੀਆਂ ਦੇ ਕੋਲ ਜਦੋਂ ਜਰਨਲ ਸਵੇਗ ਸਿੰਘ ਦੇ ਸਰੀਰ ਨੂੰ ਪਾਇਆ ਗਿਆ ਤੇ ਉਸ ਵਕਤ ਜਰਨਲ ਸਵੇਗ ਸਿੰਘ ਨੇ ਅਕਾਲ ਤਖਤ ਸਾਹਿਬ ਤੇ ਆਪਣਾ ਪੰਚਭੂਤ ਸਰੀਰ ਸੀ ਜਿਹੜਾ ਉਹ ਤਿਆਗ ਦਿੱਤਾ ਤੇ ਸ਼ਹੀਦੀ ਪਾ ਗਏ ਸਨ। ਉਸ ਤੋਂ ਬਾਅਦ ਨਿਰੰਤਰ ਸੀ ਜਿਹੜੀ ਲਗਾਤਾਰ ਗੋਰੀਵਾਰੀ ਚੱਲਦੀ ਰਹੀ। ਸੰਗਤਾਂ ਜਿੰਨੀਆਂ ਸੀ, ਬੜੀਆਂ ਸੰਗਤਾਂ ਸ਼ਹੀਦ ਹੋਈਆਂ ਜੋ ਉੱਥੇ ਦਰਸ਼ਨ ਦੀਦਾਰੇ ਕਰਨ ਵਾਸਤੇ ਗਏ ਸਨ। ਗੋਲੀ ਬਰੂਦ ਲਗਾਤਾਰ ਨਿਰੰਤਰ ਸੀ ਜਿਹੜਾ ਚੱਲਦਾ ਰਿਹਾ। ਅਕਸਰ ਫਿਰ ਇਹਨੇ ਕੁਲਦੀਪ ਬਰਾੜ ਨੇ ਟੈਂਕ ਵਾੜ ਦਿੱਤੇ ਗਏ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ, ਜਿਹੜਾ ਫੌਜ ਦੇ ਕੋਲ ਬਿਲਕੁਲ ਲਾਸਟ ਹਥਿਆਰ ਇੱਕੋ ਹੀ ਬਚਿਆ ਸੀ, ਇੱਕੋ ਹੀ ਹਥਿਆਰ ਸੀ ਜਿਹੜਾ ਉਹ ਬਚਿਆ ਸੀ। ਤੇ ਇਹ ਜਦ ਟੈਂਕ ਵਾੜ ਦਿੱਤੇ ਗਏ ਤੇ ਫਿਰ ਜਿਹੜੇ ਅੰਦਰ ਮੋਰਚਿਆਂ ਦੇ ਵਿੱਚ ਸਿੰਘ ਬੈਠੇ ਸੀ ਉਹਨਾਂ ਨੇ ਵੀ ਥੋੜ੍ਹੀ ਜਿਹੀ ਢਿੱਲ ਦਿੱਤੀ, ਕਿਉਂਕਿ ਯੁੱਧ ਨੂੰ ਹਮੇਸ਼ਾ ਵਿਉਂਤਬੰਦੀ ਦੇ ਨਾਲ ਲੜਿਆ ਜਾਂਦਾ ਹੈ। ਉਹਨਾਂ ਸਿੰਘਾਂ ਨੂੰ ਇਹ ਸੀ ਕਿ ਜਿਉਂ ਹੀ ਸਾਰੀਆਂ ਪ੍ਰਕਰਮਾਂ ਦੇ ਵਿੱਚ ਫੌਜ ਇਕੱਠੀ ਹੋ ਗਈ, ਫਿਰ ਇੱਕੋ ਦਮ ਇਹਨਾਂ ਤੇ ਜਿਹੜਾ ਹੈ ਗੋਲੀਆਂ ਚਲਾਈਆਂ ਜਾਣੀਆਂ ਤਾਂ ਕਿ ਵੱਡਾ ਨੁਕਸਾਨ ਜਿਹੜਾ ਫੌਜ ਦਾ ਹੋਵੇ। ਤੇ ਉਹ ਉਨੇ ਟਾਈਮ ਦੇ ਵਿੱਚ 5 ਜੂਨ ਦੀ ਰਾਤ ਨੂੰ ਫੌਜ ਦੇ ਵਿੱਚ ਵੀ ਬਗਾਵਤ ਸ਼ੁਰੂ ਹੋ ਗਈ ਸੀ। ਫੌਜ ਦੇ ਵਿੱਚ ਬਗਾਵਤ ਇਸ ਕਰਕੇ ਸ਼ੁਰੂ ਹੋਈ ਸੀ, ਉਹ ਕਹਿੰਦੇ ਸੀ ਫੌਜ ਨੂੰ ਤੇ ਸਿਰਫ ਰੱਖਿਆ ਜਾਂਦਾ ਹੈ ਦੇਸ਼ ਦੀ ਰੱਖਿਆ ਵਾਸਤੇ, ਪਰ ਇਹ ਪਹਿਲਾ ਦਿਨ ਹੈ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਮਾਰਨ ਵਾਸਤੇ ਹੀ ਫੌਜ ਨੂੰ ਵਰਤਿਆ ਜਾ ਰਿਹਾ। ਜਦ ਸਰਕਾਰ ਦੀ ਨੀਅਤ ਖੋਟੀ ਹੋਵੇ ਤੇ ਜੇ ਸਰਕਾਰਾਂ ਦੀਆਂ ਨੀਅਤ ਖੋਟੀਆਂ ਨੇ, ਜਿਹੜੀਆਂ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਬੰਦੇ ਸੰਤਾਂ ਨਾਲ ਗਦਾਰੀ ਕਰਕੇ ਹੱਥ ਖੜੇ ਕਰਕੇ ਬਾਹਰ ਨਿਕਲੇ ਸੀ, ਉਹਨਾਂ ਨੂੰ ਇਸ ਦੁਨੀਆ ਤੇ ਉਹਨਾਂ ਦਾ ਨਾਂ ਚਮਕਾ ਦਿੱਤਾ ਸਰਕਾਰਾਂ ਨੇ। ਜਿਹੜੇ ਗਦਾਰੀ ਕਰਕੇ ਨਿਕਲੇ ਸੀ ਸੰਤ ਤੇ ਜਥੇ ਵਾਲੇ ਸਿੰਘ, ਉਹਨਾਂ ਨੂੰ ਖਤਮ ਤੇ ਉਦੋਂ ਹੀ ਕਰ ਦਿੰਦੇ ਵੀ ਸਾਡੇ ਨਾਲ ਗਦਾਰੀ ਕਰਕੇ ਨਿਕਲੇ ਨੇ, ਪਰ ਉਹਦਾ ਮੇਨ ਕਾਰਨ ਇਹ ਸੀਗਾ ਜੇ ਉੱਥੇ ਉਹਨਾਂ ਨੂੰ ਖਤਮ ਕਰਦੇ ਸੀ ਫਿਰ ਉਹਨਾਂ ਦੇ ਨਾਮ ਦੇ ਮੂਹਰੇ ਸ਼ਹੀਦ ਲੱਗ ਜਾਣਾ ਸੀ।
ਸੀ ਤੇ ਗਦਾਰ ਤੇ पर उन्हां दे नाम दे मूहरे शहीद लग जाना सी। इस करके सी जिहड़े वो जथे दे ਸਿੰਘਾਂ ने जिहड़े हथ खड़े करके बाहर निकले सी, किसी दे गोली नहीं मारी सी कि इन्हां नूं जाण दिओ। वो बाहर निकल गए सन हथ खड़े करके, गदारी करके। ते इधरों जद जरनल सुबेग सिंह दे शहीदी पा गए, फौज ने वड्डी तादाद दे विच फौज सी जिहड़ी परिक्रमा दे अंदर दखलअंदाजी फौज की हुई टैंकां समेत। तो फिर जदों बहुत फौज इकट्ठी हो गई, फिर ਸਿੰਘਾਂ ने इन्ना गोली बरूद भराया कि फौज के सारिया परिक्रमा दे विच ढेर लग गए सन। लाशां ही लाशां, छोटे बच्चों तो लेके औरतां, बड़े बड़े शरीर, बड़ियां ढेर खून ही खून पिया हरमंदर साहिब दियां परिक्रमा ते। बड़े लाशां दे ढेर लगे ने। बड़ा बड़ा नुकसान सी जिहड़ा इस दिन रात नूं फौज दा अते ਸਿੰਘਾਂ दा होया। अक्सर संत जरनैल सिंह जी पिंडरां वाले महापुरख अंदर पए ने ते संतां दे भी एक गोली लगदी है। संतां दे गोली लगी, ਸਿੰਘਾਂ ने बड़े जज्बे दे नाल, क्योंकि सिंह कोई भी इहो जिहा नहीं सीगा जथे दा जिहदे अंदर कुर्बानी देण दा जज्बा ना होवे। कुर्बानी देण वास्ते सिख जगत इतना ਤਿਆਰ बर ਤਿਆਰ रहंदे ने। जदों गुरु गोबिंद सिंह महाराज भाई डल्ले नूं कहण लगे, डल्लिया लिया तेरा कोई फौज दा सिंह, असीं बंदूक दा निशाना परखना है। ते भाई डल्ला कहन लग्या, महाराज क्यों बिना वजह तो फौज का निशाना परखना? किसी होर जगह ते भी परखा जा सकता है, किसी जानवर ते परख लो, क्यों बिना वजह तो किसी की जान गवाउणी है? चल कहंदे फिर जे ये गल है तो साडे ਸਿੰਘਾਂ नूं जाके सुनेहा ला दे। भाई डल्ला कहन लग्या, ਸਿੰਘੋ कहंदे गुरु गोबिंद सिंह महाराज नूं राइफल भेट हुई है ते वो राइफल दा निशाना परखना महाराज जी कहते। तो कोई सिंह है जिहड़ा कुर्बानी देवे राइफल के सामने खड़े? तो फिर उस वक्त इतना जज्बा सी कुर्बानी भरिया कि गुरु गोबिंद सिंह महाराज का ये बचन सुन के बाबा वीर सिंह ते धीर सिंह उस वक्त ही भज के गुरु गोबिंद सिंह महाराज के सामने आके खड़ गए सी। महाराज जे राइफल का निशाना परखना है तो तुसीं ये साडे ते निशाना परखो। एक दूजे दे वो कहन लग्या, महाराज पहला बचन मैं सुनिया सी। वो कहन लग्या, महाराज पहला बचन मैं सुनिया सी। कुर्बानी देण दा जज्बा जदों मनुख दे अंदर पैदा हुंदा है ते फिर ये मनुख अपने उस मार्ग नूं, रस्ते नूं छड्डदा नहीं। संत जरनैल सिंह जी पिंडरां वाले महापुरखां दे भी जिहड़ी सी गोली लगी, सारे सिंह भी बड़े शहीद होए पे ने। छोटे छोटे बच्चों ने शहीदियां दित्तियां ने। और वो जगह ते जिहड़ा कुलदीप बराड़ सी जिन्हें टैंक अंदर वाड़े सन, जद टैंकां समेत फौज का एडा वड्डा नुकसान हो गया तो कुलदीप बराड़ भी अंदरों हल गया सी कि इन्हां दा कोई हल नहीं रह गया, क्योंकि हज़ारां की गिणती दे विच इन्हां ने फौज अपनी मरवा ली सी। ते संत जी, संतां जियां कोले बहुत सारे सिंह सी जिहड़े मुलाकात करन वास्ते भी गए। और बहुत सारे इतिहास दे विच ये भी लिखिया है कि सरकार भी ये चाहुंदी सी कि संतां दे नाल बैठ के गलबात कीती जा सके, पर ਜਿਹੜੇ ਵਿਚਕਾਰ बैठे सी इन्हां ने सरकार नूं ते संतां नूं इकट्ठियां बैठण नहीं दिता। बहुते ਜਿਹੜੇ गदारी करन वाले लोग सन, ਜਿਹੜੇ चाहुंदे सन कि जे संत जी उन्हां दा शरीर ना होवे ते असीं उस तो बाद सी ਜਿਹੜਾ गुरुद्वारियां ते कब्जे करीए, ਜਿਹੜੇ चाहुंदे सन। ते उन्हां ने फिर सरकार की अते संतां की गल नहीं होण दित्ती सी। इहदे विच सी जिहड़ा बहुत वड्डा इतिहास के पन्नियां ते लिखिया, जिन्हां ने वो
कोई बहुता लंबा समा भी नहीं होया इस घटना वापरी नूं। जिन्हां ने इतिहास लिखिया उन्होंने ये चीज़ां विच लिखियां होईयां ने कि इहदे विच गदार बहुत सन, जिहड़े भेख दे विच सन, गदारी करन वाले लोग जिन्हां ने गदारी कीती है। और उस तो बाद जद संत जी शहीदी पा गए, फौज का एडा वड्डा भारी नुकसान होया, तो फिर सी जिहड़ा ये अकाल तख्त सी जिहड़ा सारा बरूद दे नाल ढह ढेरी कर दिता सी, ताकि कोई भी सिंह अंदर मोर्चे दे विच रह ना जाए। श्री अकाल तख्त साहब सिरमौर संस्था सी, और इन्हां दिनां दे विच तकरीबन जिन्ने वड्डे गुरुद्वारे सन सारे दे सारे फौज ने अपने कब्जे दे विच लैते हुए सन। सारे दे सारिਆਂ ते गुरुद्वारिਆਂ ते कब्जा सी जिहड़ा वो फौज दा सी। पर जज्बा सी एक अंदर, इतनियां वड्डियां लाशां दे ढेर लगे ने। अमृत वेला जदों होया ते एक माई हरमंदर साहिब दे विच नित जोत जगा के आउंदी हुंदी सी, नित। और बुढ़ी माई जद परिक्रमा दे अंदर जान लगी ना, ते उन्होंने फौजदार कहन लगे, माई 4 चफेरियां तो गोलियां चलदियां ने, तू किधर चली है? कहंदी मैं हरमंदर साहिब दे विच जोत जगाउनी है नित, ते मैं जोत जगाउण वास्ते चली है। फौजदार कहन लगे, माई जरा संभल के चल, कि ठीक है तेरी शरधा सी, पर अज ते 4 चफेरियां तो गोलियां चलदियां ने। ते उस टाइम दे विच जिहड़ा कीर्तन का प्रवाह भी चलिया सी, इन्हां दिनां दे विच जदों गोली चलदी सी ना हरमंदर साहिब दे विच, कीर्तन बंद नहीं होया सी, हरमंदर साहिब दे विच लगातार चलदा रहा है। ते कीर्तन चलदे दे विच ही गोलियां चलदियां रहियां ने। हजे तक बहुत सिंह इहो जिहे ने जिन्हां ने वो टाइम बड़ा नज़दीक नेड़े तो देखा होया है। और पिछले ही अरसे दे विच भाई निर्मल सिंह जी जिहड़े जिन्हां नूं बहुत वड्डा रुतबा मिलिया होया सी, वो भी उन्हां दिनां दे विच हरमंदर साहिब दे विच कीर्तन करते सन। अमृत वेले आसा दी वार भाई निर्मल सिंह जी ने लाई सी जदों गोलियां चलदियां सन। बड़े सिंह ऐसे हैगे ने जिहड़े हजे तक भी, ते ओ माई नूं कहन लगे, कहंदे माई 4 चफेरियां तो गोलियां चल रहीआं ने, तू जे एक दिन जोत ना लावेंगी तो फिर की हो जाऊगा? जे तू जोत लाउण वास्ते परिक्रमा दे अंदर गई, तू वापस नहीं आवेंगी। ओ माई कहन लगी, मेरी शरधा है गुरु रामदास साहिब जी महाराज ते, कि ठीक है जाना तो सब ने है, पर गुरु रामदास साहिब जी महाराज कृपा करनगे, मैं जोत जरूर जगावांगी। जोत जगाउण तो बाद भावें मेरी कुर्बानी हो जाए, उस तो पहला मेरी कुर्बानी नहीं होगी, क्योंकि मैं अज तक हरमंदर साहिब दे विच जोत जगाउंदी आ रही है। फौज तो आकी होके वो माई गई है, ताड़ ताड़ 4 चफेरियां तो गोलियां चलदियां ने, ते हरमंदर साहिब दे विच जोत उस माई ने जगाई है, जिहड़ी जदों जोत जगा के बाहर परिक्रमा दे विच आई है, ते गोली लगन कारण करके वो माई दी शहीदी हो गई सी। इनू कहंदे ने जज्बा कुर्बानी देण दा, कि भावें 4 चफेरियां तो गोलियां चल रही ने, पर फिर भी मैं गुरु रामदास साहिब महाराज के दर ते जोत जगाउणी है। ते नहीं तो मनुख कह दिंदा कि चलो कोई गल नहीं, एक दिन की जदों गोलियां दे खड़ाक सुनते हैं, ये बहुते सूरमे ते अपने घरां दे विचों बाहर नहीं निकलते। पर यह जज्बा पैदा होंदा है, ये जज्बा भगत दानी अते सूरमा, ये जज्बे उदों पैदा होंदे ने जदों अकाल पुरख महाराज स्पैशल किसी के सिर ते हथ रख दिंदे ने। फिर ये मनुख इन्हां तिन्ने रस्तियां ते चलण वाला मनुख वापस मुड़दा नहीं है, वापस नहीं मुड़दा, भावें उन्होंने कोई भी कुछ भी कही जाए, पर वो अपना रास्ता नहीं छड्डदा। तो इस माई ने अते छोटिया माई ने वड्डी उम्र दी ने कुर्बानी दी है। जनरल सुहेग सिंह जी, संत जरनैल सिंह जी पिंडरां वाले शहीद होए महापुरख, अकाल तख्त ढह ढेरी कर दिता गया। छोटे छोटे बच्चियां ने अपनियां कुर्बानियां अकाल तख्त साहिब वास्ते उन्हां समयां दे विच दित्तियां हन। मौके दीयां सरकारां ने संत जियां नूं बड़ा कुछ कहा, पर संत जी इहो जे नहीं सन। संतां दा जीवन जदों कोई पढ़दा है
ਤੇ ਉਹਨਾਂ ਨੂੰ ਫਿਰ ਪਤਾ ਲੱਗਦਾ ਕਿ ਸੰਤ ਜੀ ਕਿਹੋ ਜੀ ਮਹਾਨ ਹਸਤੀ ਸਨ, ਹਰ ਇੱਕ ਕੌਮ ਵਾਸਤੇ, ਹਰ ਇੱਕ ਮਜ਼ਹਬ ਵਾਸਤੇ, ਹਰ ਇੱਕ ਦੇਸ਼ ਵਾਸਤੇ। ਬਸ ਇੰਨਾ ਸੀ ਕਿ ਜੇ ਕੋਈ ਮੌਕੇ ਦੀ ਸਰਕਾਰ ਹੁਕਮ ਲਾਗੂ ਕਰਦੀ ਹੈ ਤੇ ਦੁਨੀਆ ਉਸ ਨੂੰ ਸਿਰ ਝੁਕਾ ਕੇ ਮੰਨ ਲੈਂਦੀ ਹੈ, ਪਰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਮਹਾਂਪੁਰਖ ਮੌਕੇ ਦੇ ਸਰਕਾਰ ਦੇ ਹੁਕਮ ਨੂੰ ਚੈਲੰਜ ਕਰ ਦਿੰਦੇ ਸਨ। ਇੰਨਾ ਹੀ ਫਰਕ ਸੀ, ਜਿਹਦੇ ਕਾਰਨ ਕਰਕੇ ਸਰਕਾਰ ਦੀ ਅਤੇ ਸੰਤਾਂ ਦੀ ਆਪਸ ਵਿੱਚ ਬਣਦੇ ਨਹੀਂ ਸੀ। ਇਸ ਕਰਕੇ ਸੰਤਾਂ ਨੇ ਇਸ ਮੌਕੇ ਦੀਆਂ ਸਰਕਾਰਾਂ ਨੇ ਅਕਾਲ ਤਖਤ ਸਾਹਿਬ ਢਹਿ ਢੇਰੀ ਕਰ ਦਿੱਤਾ ਗਿਆ। ਔਰ ਮੈਂ ਇਹ ਸਾਰਾ ਇਤਿਹਾਸ ਜਿਹੜਾ 2-3 ਦਿਨ ਫਰੋਲਿਆ, ਇਹਦੇ ਵਿੱਚੋਂ ਸਾਰਿਆਂ ਨੂੰ ਸਾਨੂੰ ਪੜ੍ਹ ਲੈਣੇ ਚਾਹੀਦੇ ਨੇ ਧਾਰਮਿਕ ਗ੍ਰੰਥ, ਜਿਨ੍ਹਾਂ ਦੇ ਵਿੱਚ ਸਾਰੀਆਂ ਚੀਜ਼ਾਂ ਦੀ ਅਸਲੀਅਤ ਹੈ। ਕਈ ਵਾਰੀ ਜਿਹੜਾ ਕੋਈ ਕਥਾ ਕੀਰਤਨ ਕਰਨ ਵਾਲਾ ਬੰਦਾ ਹੁੰਦਾ ਹੈ, ਉਹਦੀ ਮਜਬੂਰੀ ਹੁੰਦੀ ਹੈ ਵੀ ਕਈ ਗੱਲਾਂ ਉਹ ਬੋਲ ਨਹੀਂ ਸਕਦਾ ਹੁੰਦਾ ਕਿ ਕਿਹੜੇ ਕਿਹੜੇ ਗਦਾਰ ਸੀ ਤੇ ਜਿਹੜੇ ਗਦਾਰ ਨਿਕਲੇ ਉਹ ਕਿੱਥੇ ਕਿੱਥੇ ਬਾਅਦ ਦੇ ਵਿੱਚ ਸਿੰਘਾਂ ਨੇ ਮਾਰੇ ਗਏ। ਤੇ ਇਹ ਸਾਰਾ ਮਨੁੱਖ ਨੂੰ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ, ਤਾਂ ਕਿ ਜਦੋਂ ਮਨੁੱਖ ਹੱਥ ਬੰਨ੍ਹ ਕੇ ਕਿਸੇ ਦੇ ਬਿਨਾਂ ਫਾਲਤੂ ਦਾ ਕਿਸੇ ਦੇ ਮੂਹਰੇ ਭੱਜਿਆ ਫਿਰਦਾ ਰਹਿੰਦਾ ਹੈ, ਅੱਗੇ ਪਿੱਛੇ ਉਹਨਾਂ ਦੇ ਭੱਜੇ ਫਿਰਦੇ ਰਹਿੰਦੇ ਨੇ, ਕਿ ਤਾਂ ਸਾਡੇ ਵਾਸਤੇ ਮਹਾਨ ਨੇ, ਉਹਨਾਂ ਦੀ ਮਹਾਨਤਾ ਤੇ ਧਾਰਮਿਕ ਗ੍ਰੰਥਾਂ 'ਚੋਂ ਪਤਾ ਲੱਗਦੀ ਹੈ ਕਿ ਕਿੱਡੇ ਕੁ ਮਹਾਨ ਨੇ ਜਿਨ੍ਹਾਂ ਪਿੱਛੇ ਦੁਨੀਆ ਭੱਜੀ ਫਿਰਦੀ ਰਹਿੰਦੀ ਹੈ। ਤੇ ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚ ਅੱਜ ਤੱਕ ਕੀ ਕੀਤਾ। ਫਿਰ ਉਸ ਤੋਂ ਬਾਅਦ ਸੀ ਜਿਹੜਾ ਜਦੋਂ ਇਹ ਕਲਫੂ ਲੱਗਿਆ, ਤੇ ਕਲਫੂ ਲੱਗਣ ਤੋਂ ਬਾਅਦ ਫਿਰ ਆਪ ਬਥੇਰੇ ਐਸੇ ਸਰੀਰ ਹੈਗੇ ਨੇ ਜਿਨ੍ਹਾਂ ਨੇ ਸਭ ਕੁਝ ਇਹ ਆਪਣੀਆਂ ਅੱਖੀਆਂ ਦੇ ਨਾਲ ਦੇਖਿਆ ਕਿ ਸਿੱਖ ਕੌਮ ਦੇ ਨਾਲ ਕਿੱਡਾ ਵੱਡਾ ਧਰੋਹ ਕਮਾਇਆ ਤੇ ਕਿੱਡਾ ਵੱਡੀਆਂ ਕੁਰਬਾਨੀਆਂ ਉਹਨਾਂ ਨੂੰ ਦੇਣੀਆਂ ਪਈਆਂ ਸਨ ਇਹਨਾਂ ਦਿਨਾਂ ਦੇ ਵਿੱਚ। ਤੋ ਸੰਤ ਜੀ ਹਰ ਇੱਕ ਮਜ਼ਹਬ ਦੇ ਰਾਖੇ, ਹਰ ਇੱਕ ਧਰਮ ਦੇ ਰਖਵਾਲੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਮਹਾਂਪੁਰਖ ਤੇ ਅਕਾਲ ਤਖਤ ਸੀ ਜਿਹੜਾ, ਉਹ ਇਹਨਾਂ ਨੇ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਲਾਸ਼ਾਂ ਹੀ ਲਾਸ਼ਾਂ, ਅਕਾਲ ਤਖਤ ਢਹਿ ਢੇਰੀ ਕਰ ਦਿੱਤਾ, ਹਰਿਮੰਦਰ ਸਾਹਿਬ ਨੂੰ ਗੋਲਾਂ ਲੱਗੀਆਂ, ਜਲਿਆਂਵਾਲੇ ਬਾਗ ਦੇ ਵਿੱਚ ਬੜਾ ਕੁਛ ਕੀਤਾ ਗਿਆ। ਸੋ ਇਹ ਸਾਰੇ ਦਾ ਸਾਰਾ ਇਤਿਹਾਸ ਜਿਹੜਾ ਹੈ ਇਹ ਇਹਨਾਂ ਦਿਨਾਂ ਦੇ ਵਿੱਚ 1 ਜੂਨ ਤੋਂ ਲੈ ਕੇ 6 ਜੂਨ ਤੱਕ 6 ਦਿਨ ਲਗਾਤਾਰ ਇਹ ਚੀਜ਼ਾਂ ਚੱਲਦੀਆਂ ਰਹੀਆਂ ਨੇ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਆਪਣਾ ਸਮਾਪਤੀ ਦਾ ਸਮਾਂ ਹੋ ਗਿਆ। ਭੁੱਲਾਂ ਚੁੱਕਾਂ ਦੀ ਖਿਮਾ, ਆਈਆਂ ਸੰਗਤਾਂ ਦਾ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।